ਸਵਾਗਤ ਹੈ ਤੁਹਾਡਾ ਅੱਜ ਦੀ ਕਲਾਸ ਵਿੱਚ। ਤੇ ਅੱਜ ਦਾ ਸਾਡਾ ਟੌਪਿਕ ਹੈ ਇੰਡੀਆ ਡਰੇਨੇਜ ਸਿਸਟਮ, ਭਾਰਤ ਜਲ ਪ੍ਰਵਾਹ। ਕਿਸੇ ਵੀ ਇਲਾਕੇ ਦੇ ਵਿੱਚ ਜੋ ਨਦੀਆਂ ਤੇ ਨਹਿਰਾਂ ਵਗਦੀਆਂ ਹਨ ਉਹਨਾਂ ਨੂੰ ਜਲ ਪ੍ਰਵਾਹ ਕਿਹਾ ਜਾਂਦਾ ਹੈ। ਜਲ ਪ੍ਰਵਾਹ ਬਾਰੇ ਪੜ੍ਹਨ ਤੋਂ ਪਹਿਲਾਂ ਅਸੀਂ ਜਲ ਪ੍ਰਵਾਹ ਨਾਲ ਸੰਬੰਧਿਤ ਕੁਝ ਤੱਥਾਂ ਬਾਰੇ ਪੜ੍ਹਾਂਗੇ। ਜਿਵੇਂ ਹੈ ਦੁਆਬ। ਦੁਆਬ ਕੀ ਹੁੰਦਾ ਹੈ? ਦੋ ਪਲੱਸ ਆਬ, ਦੋ ਦਰਿਆ। ਦੋ ਦਰਿਆਵਾਂ ਦੇ ਵਿਚਕਾਰਲੇ ਖੇਤਰ ਨੂੰ ਦੁਆਬ ਕਿਹਾ ਜਾਂਦਾ ਹੈ। ਦ ਲੈਂਡ ਬਿਟਵੀਨ ਟੂ ਰਿਵਰਸ ਇਜ਼ ਕਾਲਡ ਦੁਆਬ। ਨੈਕਸਟ ਹੈ ਜਲ ਵਿਭਾਜਕ। ਕੋਈ ਵੀ ਉੱਚਾ ਖੇਤਰ ਜਿਵੇਂ ਕੋਈ ਪਰਬਤ ਜਾਂ ਕੋਈ ਉੱਚੀ ਭੂਮੀ ਜੋ ਦੋ ਨਦੀਆਂ ਨੂੰ ਵੰਡਦੀ ਹੋਵੇ, ਉਸ ਨੂੰ ਜਲ ਵਿਭਾਜਕ ਕਿਹਾ ਜਾਂਦਾ ਹੈ। ਅਪਰਵਾਹ ਖੇਤਰ। ਕਿਸੇ ਦਰਿਆ ਤੇ ਉਸ ਦੇ ਲਾਗਲੇ ਖੇਤਰ ਜਿੱਥੋਂ ਜਲ ਪ੍ਰਾਪਤ ਕਰਦੇ ਹਨ, ਉਸ ਦੀਆਂ ਸਹਾਇਕ ਨਦੀਆਂ ਵਗੈਰਾ, ਉਸ ਨੂੰ ਅਪਰਵਾਹ ਖੇਤਰ ਕਿਹਾ ਜਾਂਦਾ ਹੈ। ਜਿੱਥੋਂ ਕੋਈ ਦਰਿਆ ਪਾਣੀ ਪ੍ਰਾਪਤ ਕਰਦਾ ਹੈ, ਸਾਰਾ ਅਪਰਵਾਹ ਖੇਤਰ ਦੇ ਅਧੀਨ ਆਉਂਦਾ ਹੈ। ਜਲ ਨਿਕਾਸ ਸਰੂਪ। ਜਦੋਂ ਧਰਤੀ ਦੇ ਉੱਪਰ ਨਦੀਆਂ ਵਗਦੀਆਂ ਨੇ ਤਾਂ ਉਹ ਵੱਖ-ਵੱਖ ਨਮੂਨੇ ਬਣਾਉਂਦੀਆਂ ਹਨ। ਵਗਦਾ ਹੋਇਆ ਪਾਣੀ ਵੱਖ-ਵੱਖ ਨਮੂਨੇ ਬਣਾਉਂਦਾ ਹੈ, ਉਸ ਨੂੰ ਜਲ ਨਿਕਾਸ ਸਰੂਪ ਕਿਹਾ ਜਾਂਦਾ ਹੈ। ਜਿਵੇਂ ਡੰਡੀਦਾਰ ਅਪਰਵਾਹ। ਗੰਗਾ ਅਤੇ ਬ੍ਰਹਮਪੁੱਤਰਾਂ ਦੀਆਂ ਨਦੀਆਂ ਨੇ ਜਿਹੜੀਆਂ ਉਹ ਇਸ ਤਰ੍ਹਾਂ ਵਗਦੀਆਂ ਨੇ, ਉਹਨਾਂ ਨੂੰ ਡੰਡੀਦਾਰ ਅਪਰਵਾਹ ਕਿਹਾ ਜਾਂਦਾ ਹੈ। ਉਸ ਤੋਂ ਅੱਗੇ ਹੈ ਸਮਾਨਾਂਤਰ ਅਪਰਵਾਹ। ਜਿਹੜੀਆਂ ਪੱਛਮੀ ਘਾਟ ਦੀਆਂ ਨਦੀਆਂ ਦਾ ਸਰੂਪ ਹੈ ਉਹ ਪੈਰਲਰ ਹੈ, ਇੱਕ ਦੂਜੇ ਦੇ ਪੈਰਲਲ ਚੱਲਦੀਆਂ ਨੇ ਉਹ। ਅਤੇ ਛੋਟਾ ਨਾਗਪੁਰ ਪਠਾਰ ਦੀਆਂ ਨਦੀਆਂ ਦਾ ਸਰੂਪ ਹੈ ਜਾਲੀਨੁਮਾ ਅਪਰਵਾਹ, ਉਹ ਇਸ ਤਰ੍ਹਾਂ ਵਗਦੀਆਂ ਨੇ। ਨਰਮਦਾ ਸੋਨ ਮਹਾਨਦੀ ਜਿਹੜੀਆਂ ਅਮਰਕੰਟਕ ਤੋਂ ਨਦੀਆਂ ਨਿਕਲਦੀਆਂ ਹਨ, ਉਹਨਾਂ ਦਾ ਸਰੂਪ ਹੈ ਚੱਕਰੀ ਅਪਰਵਾਹ, ਉਹ ਇਸ ਤਰ੍ਹਾਂ ਵਗਦੀਆਂ ਹਨ। ਭਾਰਤ ਦੇ ਨਦੀ ਤੰਤਰ ਨੂੰ ਅਸੀਂ ਮੁੱਖ ਤੌਰ 'ਤੇ 4 ਭਾਗਾਂ ਦੇ ਵਿੱਚ ਵੰਡਦੇ ਹਾਂ। ਹਿਮਾਲਿਆ ਦੀਆਂ ਨਦੀਆਂ, ਪ੍ਰਾਇਦੀਪੀ ਨਦੀ ਤੰਤਰ, ਤੱਟ ਦੀਆਂ ਨਦੀਆਂ ਅਤੇ ਅੰਦਰੂਨੀ ਨਦੀ ਤੰਤਰ। ਅੱਜ ਦੇ ਇਸ ਟੌਪਿਕ ਦੇ ਵਿੱਚ ਅਸੀਂ ਹਿਮਾਲਿਆ ਦੀਆਂ ਨਦੀਆਂ ਅਤੇ ਪ੍ਰਾਇਦੀਪੀ ਨਦੀਆਂ ਦੇ ਬਾਰੇ ਵਿੱਚ ਪੜ੍ਹਾਂਗੇ। ਹਿਮਾਲਿਆ ਦਾ ਨਦੀ ਤੰਤਰ ਹੈ ਜਿਹੜਾ, ਇਹਦੇ ਵਿੱਚ 3 ਪ੍ਰਮੁੱਖ ਨਦੀਆਂ ਆਉਂਦੀਆਂ ਹਨ, ਸਿੰਧ, ਗੰਗਾ ਅਤੇ ਬ੍ਰਹਮਪੁੱਤਰ। ਇਹ 3 ਨਦੀਆਂ ਤੋਂ ਅੱਗੇ ਇਹਨਾਂ ਦੀਆਂ ਸਹਾਇਕ ਨਦੀਆਂ ਦੇ ਬਾਰੇ ਵਿੱਚ ਅਸੀਂ ਪਹਿਲਾਂ ਪੜ੍ਹਾਂਗੇ। ਸਭ ਤੋਂ ਪਹਿਲਾਂ ਹਿਮਾਲਿਆ ਦਾ ਨਦੀ ਤੰਤਰ। ਸਿੰਧ ਨਦੀ। ਜੋ ਸਿੰਧ ਨਦੀ ਹੈ ਉਹ ਕੈਲਾਸ਼ ਰੇਂਜ ਤਿੱਬਤ ਦੇ ਵਿੱਚ ਮਾਨਸਰੋਵਰ ਝੀਲ ਦੇ ਨੇੜੇ ਬੋਖਰਸ਼ੂ ਗਲੇਸ਼ੀਅਰ ਤੋਂ ਨਿਕਲਦੀ ਹੈ। ਬੋਖਰਸ਼ੂ ਗਲੇਸ਼ੀਅਰ ਤੋਂ ਨਿਕਲਦੀ ਹੈ ਉਹ, ਅਤੇ ਭਾਰਤ ਦੇ ਵਿੱਚ ਐਂਟਰ ਹੋ ਜਾਂਦੀ ਹੈ। ਜੰਮੂ ਕਸ਼ਮੀਰ ਦੇ ਵਿੱਚ ਵਗਦੀ ਹੋਈ ਉਹ ਅੱਗੇ ਪਾਕਿਸਤਾਨ ਦੇ ਵਿੱਚ ਪ੍ਰਵੇਸ਼ ਕਰ ਜਾਂਦੀ ਹੈ। ਪਾਕਿਸਤਾਨ ਦੀ ਇਹ ਨੈਸ਼ਨਲ ਰਿਵਰ ਹੈ। ਪਾਕਿਸਤਾਨ ਦੇ ਵਿੱਚ ਇਹ ਕਰਾਚੀ ਦੇ ਕੋਲੇ ਜਾ ਕੇ ਅਰਬ ਸਾਗਰ ਦੇ ਵਿੱਚ ਮਿਲ ਜਾਂਦੀ ਹੈ। ਇਹਦੀ ਜਿਹੜੀ ਕੁੱਲ ਲੰਬਾਈ ਹੈ 2880 ਮੀਟਰ ਹੈ, ਅਤੇ ਭਾਰਤ ਦੇ ਵਿੱਚ ਇਸ ਦੀ ਕੁੱਲ ਲੰਬਾਈ 709 ਕਿਲੋਮੀਟਰ ਹੈ। 2880 ਕਿਲੋਮੀਟਰ, ਅਤੇ ਭਾਰਤ ਦੇ ਵਿੱਚ ਇਹਦੀ ਲੰਬਾਈ 709 ਕਿਲੋਮੀਟਰ। ਅੱਗੇ ਹੈ ਸਿੰਧ ਦੀਆਂ ਸਹਾਇਕ ਨਦੀਆਂ। ਸਭ ਤੋਂ ਪਹਿਲੀ ਹੈ ਸਾਡੇ ਕੋਲ ਚਨਾਬ ਨਦੀ। ਚਨਾਬ ਨਦੀ ਹਿਮਾਚਲ ਪ੍ਰਦੇਸ਼ ਦੇ ਵਿੱਚ ਬੜਾ ਲਾਚਾ ਦਰਾ ਤੋਂ ਨਿਕਲਦੀ ਹੈ। ਇਹ ਬੜਾ ਲਾਚਾ ਦਰਾ ਤੋਂ ਨਿਕਲਦੀ ਹੈ, ਹਿਮਾਚਲ ਪ੍ਰਦੇਸ਼ ਦੇ ਵਿੱਚ ਵਗਦੀ ਹੋਈ ਅੱਗੇ ਇਹ ਜੰਮੂ ਕਸ਼ਮੀਰ ਦੇ ਵਿੱਚ ਚਲੀ ਜਾਂਦੀ ਹੈ। ਜੰਮੂ ਕਸ਼ਮੀਰ ਤੋਂ ਹੁੰਦੀ ਹੋਈ ਇਹ ਪਾਕਿਸਤਾਨ ਦੇ ਵਿੱਚ ਪ੍ਰਵੇਸ਼ ਕਰਦੀ ਹੈ, ਅਤੇ ਮਥਾਨਕੋਟ ਦੇ ਕੋਲ ਜਾ ਕੇ ਇਹ ਸਿੰਧ ਨਦੀ ਦੇ ਵਿੱਚ ਮਿਲ ਜਾਂਦੀ ਹੈ। ਉਸ ਤੋਂ ਅੱਗੇ ਹੈ ਸਿੰਧ ਦੀ ਸਹਾਇਕ ਨਦੀ ਜੇਹਲਮ। ਜੇਹਲਮ ਨਦੀ ਪੀਰ ਪੰਜਾਲ ਰੇਂਜ ਦੇ ਕੋਲ ਵੈਰੀਨਾਗ ਤੋਂ ਨਿਕਲਦੀ ਹੈ। ਵੈਰੀਨਾਗ ਤੋਂ ਨਿਕਲਦੀ ਹੈ, ਇਹ ਜੰਮੂ ਕਸ਼ਮੀਰ ਦੇ ਵਿੱਚ ਵਹਿੰਦੀ ਹੈ, ਅਤੇ ਅੱਗੇ ਜਾ ਕੇ ਇਹ ਪਾਕਿਸਤਾਨ ਦੇ ਵਿੱਚ ਪ੍ਰਵੇਸ਼ ਕਰ ਜਾਂਦੀ ਹੈ। ਜੇਹਲਮ ਜਿਹੜੀ ਇਹ ਨਦੀ ਹੈ, ਜੇਹਲਮ ਜਿਹੜਾ ਸ਼੍ਰੀਨਗਰ ਸ਼ਹਿਰ ਹੈ ਉਹ ਜੇਹਲਮ ਨਦੀ ਦੇ ਕੰਢੇ 'ਤੇ ਵਸਿਆ ਹੋਇਆ, ਅਤੇ ਇੱਥੇ ਇੱਕ ਵੂਲਰ ਝੀਲ ਬਣੀ ਹੋਈ ਹੈ। ਇਹ ਨਦੀ ਵੂਲਰ ਝੀਲ ਦੇ ਵਿੱਚੋਂ ਦੀ ਲੰਘਦੀ ਹੈ। ਮੁਜ਼ੱਫਰਾਬਾਦ ਦੇ ਕੋਲ ਇਹ ਦੱਖਣ ਦਿਸ਼ਾ ਵੱਲ ਨੂੰ ਮੁੜ ਜਾਂਦੀ ਹੈ, ਇੱਧਰ ਨੂੰ ਮੁੜ ਜਾਂਦੀ ਹੈ, ਅਤੇ ਫਿਰ ਪਾਕਿਸਤਾਨ ਦੇ ਵਿੱਚ ਪ੍ਰਵੇਸ਼ ਕਰਕੇ ਇਹ ਵੀ ਚਨਾਬ ਨਦੀ ਦੇ ਨਾਲ ਮਿਲ ਜਾਂਦੀ ਹੈ। ਉਸ ਤੋਂ ਅੱਗੇ ਹੈ ਰਾਵੀ ਦਰਿਆ। ਰਾਵੀ ਹਿਮਾਚਲ ਪ੍ਰਦੇਸ਼ 'ਚ ਰੋਹਤਾਂਗ ਦਰੇ ਤੋਂ ਨਿਕਲਦੀ ਹੈ। ਰਾਵੀ ਨਦੀ ਹੈ ਜਿਹੜੀ ਹਿਮਾਚਲ ਪ੍ਰਦੇਸ਼ ਦੇ ਵਿੱਚ ਰੋਹਤਾਂਗ ਦਰੇ ਤੋਂ ਨਿਕਲਦੀ ਹੈ। ਇਹ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਦੇ ਵਿੱਚ ਵਹਿੰਦੀ ਹੋਈ ਅੱਗੇ ਪਾਕਿਸਤਾਨ ਦੇ ਵਿੱਚ ਪ੍ਰਵੇਸ਼ ਕਰ ਜਾਂਦੀ ਹੈ। ਹਿਮਾਚਲ ਪ੍ਰਦੇਸ਼ ਦੇ ਵਿੱਚ ਪਾਕਿਸਤਾਨ ਦੇ ਵਿੱਚ ਇਸ ਦਾ ਰਾਵੀ ਨਦੀ ਦੇ ਕੰਢੇ 'ਤੇ ਸਭ ਤੋਂ ਮਸ਼ਹੂਰ ਸ਼ਹਿਰ ਲਾਹੌਰ ਵਸਿਆ ਹੋਇਆ। ਉਸ ਤੋਂ ਬਾਅਦ ਇਹ ਨਦੀ ਅਹਿਮਦਪੁਰ ਸਿਆਲ ਕੋਲ ਚਨਾਬ ਦੇ ਵਿੱਚ ਰਲ ਜਾਂਦੀ ਹੈ।
ਉਸ ਤੋਂ ਅੱਗੇ ਹੈ ਸਤਲੁਜ ਨਦੀ। ਇਹ ਸਿੰਧ ਦੀ ਸਭ ਤੋਂ ਵੱਡੀ ਸਹਾਇਕ ਨਦੀ ਹੈ, ਸਭ ਤੋਂ ਲੰਬੀ ਸਹਾਇਕ ਨਦੀ ਹੈ। ਇਹ ਮਾਨਸਰੋਵਰ ਨੇੜੇ ਰਕਸ਼ਤਾਲ ਤੋਂ ਤਿੱਬਤ ਤੋਂ ਹੁੰਦੀ ਨਿਕਲਦੀ ਹੈ ਅਤੇ ਇੰਡੀਆ ਦੇ ਵਿੱਚ ਇਹ ਹਿਮਾਚਲ ਪ੍ਰਦੇਸ਼ ਦੇ ਵਿੱਚ ਪ੍ਰਵੇਸ਼ ਕਰਦੀ ਹੈ। ਹਿਮਾਚਲ ਦੇ ਵਿੱਚ ਇਸ 'ਤੇ ਇੱਕ ਡੈਮ ਬਣਿਆ ਹੋਇਆ ਭਾਖੜਾ ਨੰਗਲ ਡੈਮ, ਅਤੇ ਪੰਜਾਬ ਦੇ ਵਿੱਚ ਇਹ 'ਤੇ ਇੱਕ ਨੰਗਲ ਡੈਮ ਬਣਿਆ ਹੋਇਆ। ਪਾਕਿਸਤਾਨ ਦੇ ਵਿੱਚ ਪ੍ਰਵੇਸ਼ ਕਰਕੇ ਚਨਾਬ ਵਿੱਚ ਰਲ ਜਾਂਦੀ ਹੈ ਅਤੇ ਅੱਗੇ ਮਿਥਾਨਕੋਟ ਨੇੜੇ ਇਹ ਸਿੰਧ ਨਦੀ ਦੇ ਵਿੱਚ ਰਲ ਜਾਂਦੀ ਹੈ। ਉਸ ਤੋਂ ਅੱਗੇ ਹੈ ਬਿਆਸ। ਅਗਲੀ ਨਦੀ ਹੈ ਬਿਆਸ। ਇਹ ਰੋਹਤਾਂਗ ਦਰੇ 'ਚੋਂ ਨਿਕਲਦੀ ਹੈ। ਹਿਮਾਚਲ ਪ੍ਰਦੇਸ਼ ਅਤੇ ਪੰਜਾਬ 'ਚੋਂ ਹੁੰਦੀ ਹੋਈ ਇਹ ਹਰੀਕੇ ਪੱਤਨ ਦੇ ਨੇੜੇ ਸਤਲੁਜ ਵਿੱਚ ਮਿਲ ਜਾਂਦੀ ਹੈ। ਇਹ ਸੀ ਸਿੰਧ ਅਤੇ ਉਸ ਦੀਆਂ ਸਹਾਇਕ ਨਦੀਆਂ, ਅਤੇ ਅੱਗੇ ਅਸੀਂ ਗੰਗਾ ਅਤੇ ਉਸ ਦੀਆਂ ਸਹਾਇਕ ਨਦੀਆਂ ਬਾਰੇ ਪੜ੍ਹਾਂਗੇ। ਸਿੰਧ ਨਦੀ ਅਤੇ ਉਸ ਦੀਆਂ ਸਹਾਇਕ ਨਦੀਆਂ ਜੇਹਲਮ, ਚਨਾਬ, ਰਾਵੀ, ਬਿਆਸ ਅਤੇ ਸਤਲੁਜ। ਗੰਗਾ ਅਤੇ ਉਸ ਦੀਆਂ ਸਹਾਇਕ ਨਦੀਆਂ। ਗੰਗਾ ਨਦੀ ਹੈ ਜਿਹੜੀ ਦੋ ਨਦੀਆਂ ਦੇ ਮੇਲ ਤੋਂ ਬਣਦੀ ਹੈ। ਇੱਧਰੋਂ ਅਲਕਨੰਦਾ ਨਦੀ ਆਉਂਦੀ ਹੈ, ਇੱਧਰੋਂ ਭਗੀਰਥੀ ਨਦੀ ਆਉਂਦੀ ਹੈ। ਭਗੀਰਥੀ ਨਦੀ ਹੈ ਜਿਹੜੀ ਉਹ ਗੰਗੋਤਰੀ ਗਲੇਸ਼ੀਅਰ ਤੋਂ ਨਿਕਲਦੀ ਹੈ, ਅਤੇ ਅਲਕਨੰਦਾ ਜਿਹੜੀ ਉਹ ਸਤਨਾਥ ਗਲੇਸ਼ੀਅਰ ਤੋਂ ਨਿਕਲਦੀ ਹੈ। ਦੋਵੇਂ ਨਦੀਆਂ ਉੱਤਰਾਖੰਡ ਵਿੱਚ ਦੇਵ ਪ੍ਰਯਾਗ ਕੋਲ ਆ ਕੇ ਮਿਲ ਜਾਂਦੀਆਂ ਨੇ। ਇੱਥੇ ਆ ਕੇ ਇਹ ਮਿਲ ਜਾਂਦੀਆਂ ਨੇ ਦੋਵੇਂ ਨਦੀਆਂ। ਇੱਥੇ ਇਸ ਨੂੰ ਗੰਗਾ ਦਾ ਨਾਮ ਦਿੱਤਾ ਜਾਂਦਾ ਹੈ। ਹਰਿਦੁਆਰ ਨੇੜੇ ਗੰਗਾ ਨਦੀ ਹੈ ਜਿਹੜੀ ਉਹ ਮੈਦਾਨਾਂ ਦੇ ਵਿੱਚ ਪ੍ਰਵੇਸ਼ ਕਰ ਜਾਂਦੀ ਹੈ। ਗੰਗਾ ਜਿਹੜੀ ਉੱਤਰਾਖੰਡ, ਉੱਤਰ ਪ੍ਰਦੇਸ਼, ਬਿਹਾਰ, ਥੋੜ੍ਹਾ ਜਿਹਾ ਝਾਰਖੰਡ, ਪੱਛਮੀ ਬੰਗਾਲ ਦੇ ਵਿੱਚੋਂ ਵਹਿੰਦੀ ਹੋਈ ਇਹ ਬੰਗਲਾਦੇਸ਼ ਦੇ ਵਿੱਚ ਐਂਟਰ ਕਰ ਜਾਂਦੀ ਹੈ। ਇੱਥੇ ਇਸ ਨੂੰ ਪਦਮਾ ਕਿਹਾ ਜਾਂਦਾ। ਜਦੋਂ ਇਹ ਬੰਗਲਾਦੇਸ਼ ਦੇ ਵਿੱਚ ਐਂਟਰ ਕਰਦੀ ਹੈ ਇੱਥੇ ਇਸ ਨੂੰ ਪਦਮਾ ਕਿਹਾ ਜਾਂਦਾ, ਅਤੇ ਫਿਰ ਇਹ ਬੰਗਾਲ ਦੀ ਖਾੜੀ ਦੇ ਵਿੱਚ ਮਿਲ ਜਾਂਦੀ ਹੈ। ਇਹਨੂੰ ਇੰਡੀਆ ਦੀ ਸਭ ਤੋਂ ਵੱਡੀ ਨਦੀ ਕਿਹਾ ਜਾਂਦਾ। ਇਸ ਦੀਆਂ ਸਹਾਇਕ ਨਦੀਆਂ ਹਨ। ਸਭ ਤੋਂ ਪਹਿਲਾਂ ਹੈ ਰਾਮਗੰਗਾ। ਉੱਤਰਾਖੰਡ ਦੇ ਵਿੱਚ ਇਹ ਨਾਮਿਕ ਗਲੇਸ਼ੀਅਰ ਤੋਂ ਨਿਕਲਦੀ ਹੈ, ਅਤੇ ਉੱਤਰਾਖੰਡ ਦੇ ਉੱਤਰ ਪ੍ਰਦੇਸ਼ ਦੇ ਵਿੱਚ ਵਹਿੰਦੀ ਹੋਈ ਕਨੌਜ ਦੇ ਕੋਲ ਜਾ ਕੇ ਇਹ ਗੰਗਾ ਦੇ ਵਿੱਚ ਮਿਲ ਜਾਂਦੀ ਹੈ। ਉਸ ਤੋਂ ਅੱਗੇ ਹੈ ਘਾਘਰਾ। ਅਗਲੀ ਨਦੀ ਹੈ ਘਾਘਰਾ। ਇਹ ਤਿੱਬਤ 'ਚੋਂ ਨਿਕਲ ਕੇ ਨੇਪਾਲ 'ਚ ਐਂਟਰ ਕਰਦੀ ਹੈ ਅਤੇ ਉੱਤਰ ਪ੍ਰਦੇਸ਼ ਦੇ ਵਿੱਚ ਪਹੁੰਚਦੀ ਹੈ। ਉੱਤਰ ਪ੍ਰਦੇਸ਼ ਦੇ ਵਿੱਚ ਹੀ ਇਹ ਗੰਗਾ ਦੇ ਨਾਲ ਮਿਲ ਜਾਂਦੀ। ਉਸ ਤੋਂ ਅਗਲੀ ਨਦੀ ਹੈ ਜਿਹੜੀ ਉਹ ਹੈ ਗੰਡਕ। ਇਹ ਨਦੀ ਨੇਪਾਲ 'ਚੋਂ ਨਿਕਲਦੀ ਹੈ ਅਤੇ ਨੇਪਾਲ 'ਚੋਂ ਵਗਦੀ ਹੋਈ ਇਹ ਬਿਹਾਰ ਵਿੱਚ ਆ ਕੇ ਭਾਰਤ ਦੇ ਵਿੱਚ ਪ੍ਰਵੇਸ਼ ਕਰਦੀ ਹੈ, ਅਤੇ ਸੋਨੀਪੁਰ ਦੇ ਨੇੜੇ ਇਹ ਗੰਗਾ ਨਦੀ ਦੇ ਨਾਲ ਮਿਲ ਜਾਂਦੀ ਹੈ। ਉਸ ਤੋਂ ਨੈਕਸਟ ਹੈ ਕੋਸੀ ਰਿਵਰ। ਕੋਸੀ ਰਿਵਰ ਨੇਪਾਲ 'ਚੋਂ ਉਤਪੰਨ ਹੁੰਦੀ ਹੈ ਅਤੇ ਬਿਹਾਰ ਵਿੱਚ ਆ ਕੇ ਭਗਲਪੁਰ ਦੇ ਨੇੜੇ ਇਹ ਗੰਗਾ ਨਦੀ ਦੇ ਵਿੱਚ ਮਿਲ ਜਾਂਦੀ ਹੈ। ਇਸ ਨਦੀ ਨੂੰ ਬਿਹਾਰ ਦਾ ਦੁੱਖ ਵੀ ਕਿਹਾ ਜਾਂਦਾ। ਜਿਹੜੀਆਂ ਉੱਪਰਲੀ ਸਾਈਡ ਵਾਲੀਆਂ ਨਦੀਆਂ ਨੇ ਗੰਗਾ ਦੀਆਂ, ਉਹਨਾਂ ਨੂੰ ਯਾਦ ਰੱਖਣ ਦਾ ਇੱਕ ਤਰੀਕਾ ਵੀ ਹੈ ਕੱਕਾ, ਖੱਖਾ, ਗੱਗਾ, ਘੱਗਾ। ਆਸਾਨੀ ਦੇ ਨਾਲ ਯਾਦ ਰੱਖਦੇ ਹਾਂ ਅਸੀਂ। ਖੱਖੇ ਨੂੰ ਛੱਡ ਸਕਦੇ ਹਾਂ ਵਿੱਚੋਂ, ਅਤੇ ਬਾਕੀਆਂ ਦੇ ਨਾਮ ਲਾਈਨ ਵਾਈਜ਼ ਚੱਲਦੇ ਨੇ। ਉਸ ਤੋਂ ਨੈਕਸਟ ਹੈ ਗੰਗਾ ਦੀਆਂ ਖੱਬੇ ਪਾਸੇ ਦੀਆਂ ਨਦੀਆਂ। ਸਭ ਤੋਂ ਪਹਿਲੀ ਹੈ ਜਮੁਨਾ ਨਦੀ। ਜਮੁਨਾ ਨਦੀ ਹੈ ਜਿਹੜੀ ਇਹ ਉੱਤਰਾਖੰਡ ਦੇ ਵਿੱਚ ਜਮਨੋਤਰੀ ਗਲੇਸ਼ੀਅਰ ਤੋਂ ਨਿਕਲਦੀ ਹੈ। ਇਹਦੇ ਉੱਤੇ ਸਭ ਤੋਂ ਮੇਨ ਸ਼ਹਿਰ ਭਾਰਤ ਦੀ ਰਾਜਧਾਨੀ ਨਿਊ ਦਿੱਲੀ ਜਮੁਨਾ ਨਦੀ ਦੇ ਕੰਢੇ 'ਤੇ ਵਸਿਆ ਹੋਇਆ ਹੈ। ਇਹ ਗੰਗਾ ਨਦੀ ਦੇ ਪੈਰਲਲ ਚੱਲਦੀ ਹੈ ਅਤੇ ਇਲਾਹਾਬਾਦ ਨੇੜੇ ਆ ਕੇ ਗੰਗਾ ਦੇ ਵਿੱਚ ਮਿਲ ਜਾਂਦੀ ਹੈ। ਉਸ ਤੋਂ ਅੱਗੇ ਹੈ ਇਸ ਦੀਆਂ ਜਮੁਨਾ ਦੀਆਂ ਸਹਾਇਕ ਨਦੀਆਂ ਚੰਬਲ, ਸਿੰਧ ਅਤੇ ਬੇਤਵਾ। ਜੋ ਗੰਗਾ ਨਦੀ ਹੈ ਇਸ ਦੀ ਕੁੱਲ ਲੰਬਾਈ 2525 ਕਿਲੋਮੀਟਰ ਹੈ। ਜਮੁਨਾ ਨਦੀ ਦੀ ਕੁੱਲ ਲੰਬਾਈ 1376 ਕਿਲੋਮੀਟਰ ਹੈ ਇਲਾਹਾਬਾਦ ਤੱਕ। ਰਾਮ ਗੰਗਾ ਹੈ ਜਿਹੜੀ ਨੈਨੀਤਾਲ ਤੋਂ ਨਿਕਲਦੀ ਹੈ 690 ਕਿਲੋਮੀਟਰ।
ਘਾਗਰਾ ਨਦੀ 1180 ਕਿਲੋਮੀਟਰ, ਗੰਡਕ ਹੈ ਜਿਹੜੀ ਉਹਦੀ ਲੰਬਾਈ ਭਾਰਤ ਦੇ ਵਿੱਚ 425 ਕਿਲੋਮੀਟਰ ਹੈ, ਅਤੇ ਕੋਸੀ ਨਦੀ ਦੀ ਲੰਬਾਈ ਹੈ 730 ਕਿਲੋਮੀਟਰ। ਇਸ ਤੋਂ ਅੱਗੇ ਹੈ ਮੇਨ ਨਦੀ ਬ੍ਰਹਮਪੁੱਤਰ ਨਦੀ। ਬ੍ਰਹਮਪੁੱਤਰ ਨਦੀ ਕੈਲਾਸ਼ ਪਰਬਤ ਸ਼੍ਰੇਣੀ ਵਿੱਚ ਆਂਗਸੀ ਗਲੇਸ਼ੀਅਰ ਤੋਂ ਨਿਕਲਦੀ ਹੈ। ਇਹ ਚੇਮਯੂਗੁੰਡ ਗਲੇਸ਼ੀਅਰ ਤੋਂ ਨਹੀਂ ਨਿਕਲਦੀ, ਜਿਹੜੀ ਇਹਦੀ ਪਹਿਲਾਂ ਜਗ੍ਹਾ ਮਿਥੀ ਗਈ ਸੀ। ਇਹ ਨਿਕਲਦੀ ਹੈ ਆਂਗਸੀ ਗਲੇਸ਼ੀਅਰ ਤੋਂ। ਇਹਦੀ ਕੁੱਲ ਲੰਬਾਈ 2900 ਕਿਲੋਮੀਟਰ ਹੈ। ਇਹ ਚਾਈਨਾ ਤੋਂ ਹੁੰਦੀ ਹੋਈ ਅਰੁਣਾਚਲ ਪ੍ਰਦੇਸ਼ ਵਿੱਚ ਆ ਕੇ ਇੰਡੀਆ ਦੇ ਵਿੱਚ ਐਂਟਰ ਕਰਦੀ ਹੈ। ਇੱਥੇ ਇਹਨੂੰ ਦਿਹਾਂਗ ਵੀ ਕਿਹਾ ਜਾਂਦਾ ਹੈ, ਅਤੇ ਅੱਗੇ ਇਹ ਆਸਾਮ ਤੋਂ ਹੁੰਦੀ ਹੋਈ ਬੰਗਲਾਦੇਸ਼ ਦੇ ਵਿੱਚ ਪ੍ਰਵੇਸ਼ ਕਰ ਜਾਂਦੀ ਹੈ। ਬੰਗਲਾਦੇਸ਼ ਦੇ ਵਿੱਚ ਇਹਨੂੰ ਪਦਮਾ ਕਿਹਾ ਜਾਂਦਾ ਹੈ। ਬੰਗਾਲ ਦੀ ਖਾੜੀ ਦੇ ਵਿੱਚ ਮਿਲਣ ਤੋਂ ਪਹਿਲਾਂ ਗੰਗਾ ਅਤੇ ਬ੍ਰਹਮਪੁੱਤਰ ਦੋਨੋਂ ਨਦੀਆਂ ਸੰਸਾਰ ਦਾ ਇੱਕ ਡੈਲਟਾ ਬਣਾਉਂਦੀਆਂ ਨੇ, ਬਹੁਤ ਵੱਡਾ ਡੈਲਟਾ, ਜਿਸ ਨੂੰ ਸੁੰਦਰਬਨ ਡੈਲਟਾ ਕਿਹਾ ਜਾਂਦਾ ਹੈ। ਤਿੱਬਤ ਦੇ ਵਿੱਚ ਇਸ ਨਦੀ ਨੂੰ ਸੰਗਪੋ ਕਿਹਾ ਜਾਂਦਾ ਹੈ। ਅਰੁਣਾਚਲ ਦੇ ਵਿੱਚ ਇਸ ਨੂੰ ਦਿਹਾਂਗ ਕਿਹਾ ਜਾਂਦਾ ਹੈ, ਅਤੇ ਅੱਗੇ ਇਸ ਦੀਆਂ ਸਹਾਇਕ ਨਦੀਆਂ ਹਨ ਲੋਹਿਤ ਹੈ ਜਿਹੜੀ ਇਹ ਪੂਰਬੀ ਤਿੱਬਤ ਦੇ ਵਿੱਚੋਂ ਨਿਕਲਦੀ ਹੈ, ਅਤੇ ਅਰੁਣਾਚਲ ਪ੍ਰਦੇਸ਼ ਦੇ ਵਿੱਚ ਵਹਿੰਦੀ ਹੋਈ ਇਹ ਬ੍ਰਹਮਪੁੱਤਰ ਦੇ ਵਿੱਚ ਚਲੀ ਜਾਂਦੀ ਹੈ। ਇਹ ਮਾਨਸ ਨਦੀ ਹੈ, ਇਹ ਹੈ ਸੁਬਾਨਸਿਰੀ, ਅਤੇ ਇਸ ਸਾਈਡ ਧਨਸਿਰੀ, ਇਸ ਦੀਆਂ ਸਹਾਇਕ ਨਦੀਆਂ। ਉਸ ਤੋਂ ਅੱਗੇ ਹੈ ਪ੍ਰਾਇਦੀਪੀ ਨਦੀ ਤੰਤਰ। ਪ੍ਰਾਇਦੀਪੀ ਨਦੀਆਂ ਜ਼ਿਆਦਾਤਰ ਹੈ ਜਿਹੜੀਆਂ ਅਰਾਵਲੀ ਵਿੰਧਿਆਚਲ ਸਤਪੁੜਾ ਦੀਆਂ ਪਹਾੜੀਆਂ ਅਤੇ ਤੱਟੀ ਖੇਤਰਾਂ ਦੇ ਵਿੱਚੋਂ ਨਿਕਲਦੀਆਂ ਹਨ। ਇਹਨਾਂ ਨੂੰ ਅਸੀਂ ਦੋ ਭਾਗਾਂ ਦੇ ਵਿੱਚ ਵੰਡਦੇ ਹਾਂ। ਇੱਕ ਉਹ ਨਦੀਆਂ ਜੋ ਬੰਗਾਲ ਦੀ ਖਾੜੀ ਦੇ ਵਿੱਚ ਡਿੱਗਦੀਆਂ ਹਨ, ਅਤੇ ਦੂਸਰੀਆਂ ਉਹ ਨਦੀਆਂ ਜੋ ਅਰਬ ਸਾਗਰ ਦੇ ਵਿੱਚ ਡਿੱਗਦੀਆਂ ਹਨ। ਸਭ ਤੋਂ ਪਹਿਲੀ ਹੈ ਸਾਡੇ ਕੋਲ ਗੋਦਾਵਰੀ ਨਦੀ। ਇਹ ਭਾਰਤ ਦੀ ਦੂਜੀ ਸਭ ਤੋਂ ਲੰਬੀ ਨਦੀ ਹੈ। ਇਸ ਨੂੰ ਦੱਖਣ ਦੀ ਬੁੱਢੀ ਗੰਗਾ ਵੀ ਕਿਹਾ ਜਾਂਦਾ ਹੈ। ਇਹ ਮਹਾਰਾਸ਼ਟਰ ਦੇ ਵਿੱਚ ਨਾਸਿਕ ਤੋਂ ਨਿਕਲਦੀ ਹੈ, ਅਤੇ ਅੱਗੇ ਇਹ ਤੇਲੰਗਾਨਾ ਦੇ ਵਿੱਚ ਵਹਿੰਦੀ ਹੋਈ ਆਂਧਰਾ ਪ੍ਰਦੇਸ਼ ਦੇ ਵਿੱਚ ਪ੍ਰਵੇਸ਼ ਕਰਦੀ ਹੈ। ਅੱਗੇ ਜਾ ਕੇ ਇਹ ਆਂਧਰਾ ਪ੍ਰਦੇਸ਼ ਦੇ ਵਿੱਚ ਦੋ ਨਦੀਆਂ ਦੇ ਵਿੱਚ ਵੰਡੀ ਜਾਂਦੀ ਹੈ। ਇਹ ਦੋ ਨਦੀਆਂ ਹਨ ਗੌਤਮੀ ਅਤੇ ਵਸ਼ਿਸ਼ਟਾ, ਅਤੇ ਅੰਤਰਵੇਦੀ ਦੇ ਕੋਲ ਜਾ ਕੇ ਇਹ ਨਦੀ ਹੈ ਜਿਹੜੀ ਇਹ ਬੰਗਾਲ ਦੀ ਖਾੜੀ ਦੇ ਵਿੱਚ ਪ੍ਰਵੇਸ਼ ਕਰ ਜਾਂਦੀ ਹੈ। ਉਸ ਤੋਂ ਅਗਲੀ ਨਦੀ ਹੈ ਸਾਡੇ ਕੋਲ ਕ੍ਰਿਸ਼ਨਾ ਨਦੀ। ਕ੍ਰਿਸ਼ਨਾ ਨਦੀ ਮਹਾਰਾਸ਼ਟਰ ਦੇ ਵਿੱਚ ਮਹਾਬਲੇਸ਼ਵਰ ਤੋਂ ਨਿਕਲਦੀ ਹੈ, ਅਤੇ ਕਰਨਾਟਕ ਦੇ ਵਿੱਚੋਂ ਵਹਿੰਦੀ ਹੋਈ ਇਹ ਤੇਲੰਗਾਨਾ ਦੇ ਵਿੱਚੋਂ ਹੁੰਦੀ ਹੋਈ ਆਂਧਰਾ ਪ੍ਰਦੇਸ਼ ਦੇ ਵਿੱਚ ਪ੍ਰਵੇਸ਼ ਕਰ ਜਾਂਦੀ ਹੈ। ਬੰਗਾਲ ਦੀ ਖਾੜੀ ਦੇ ਵਿੱਚ ਰਲਣ ਤੋਂ ਪਹਿਲਾਂ ਇਹ ਇੱਕ ਡੈਲਟਾ ਬਣਾਉਂਦੀ ਹੈ, ਅਤੇ ਉਸ ਤੋਂ ਬਾਅਦ ਇਹ ਬੰਗਾਲ ਦੀ ਖਾੜੀ ਦੇ ਵਿੱਚ ਐਂਟਰ ਹੋ ਜਾਂਦੀ ਹੈ। ਪਹਿਲੀ ਸੀ ਗੋਦਾਵਰੀ, ਦੂਸਰੀ ਕ੍ਰਿਸ਼ਨਾ। ਅੱਗੇ ਹੈ ਸਾਡੇ ਕੋਲ ਕਾਵੇਰੀ ਨਦੀ। ਤੀਸਰੀ ਹੈ ਕਾਵੇਰੀ ਨਦੀ। ਕਾਵੇਰੀ ਨਦੀ ਹੈ ਜਿਹੜੀ ਉਹ ਕਰਨਾਟਕ ਦੇ ਵਿੱਚ ਡਾਲ ਕਾਵੇਰੀ ਸਥਾਨ ਤੋਂ ਨਿਕਲਦੀ ਹੈ, ਅਤੇ ਕਰਨਾਟਕ ਅਤੇ ਤਾਮਿਲਨਾਡੂ ਦੇ ਵਿੱਚੋਂ ਵਹਿੰਦੀ ਹੋਈ ਇੱਕ ਡੈਲਟਾ ਬਣਾਉਂਦੀ ਹੈ, ਅਤੇ ਬਾਅਦ ਦੇ ਵਿੱਚ ਬੰਗਾਲ ਦੀ ਖਾੜੀ ਦੇ ਵਿੱਚ ਰਲ ਜਾਂਦੀ ਹੈ। ਕਰਨਾਟਕ ਦੇ ਵਿੱਚੋਂ ਅਤੇ ਤਾਮਿਲਨਾਡੂ ਦੇ ਵਿੱਚੋਂ ਵਗਦੀ ਹੈ। ਡੈਲਟਾ ਬਣਾਉਣ ਤੋਂ ਬਾਅਦ ਇਹ ਬੰਗਾਲ ਦੀ ਖਾੜੀ ਦੇ ਵਿੱਚ ਮਿਲ ਜਾਂਦੀ ਹੈ। ਉਸ ਤੋਂ ਅਗਲੀ ਹੈ ਮਹਾਨਦੀ। ਮਹਾਨਦੀ ਛੱਤੀਸਗੜ੍ਹ ਦੇ ਵਿੱਚ ਦੰਡਾਕਾਰਨੀਆ ਰੇਂਜ ਤੋਂ ਨਿਕਲਦੀ ਹੈ, ਅਤੇ ਇਹ ਡੈਲਟਾ ਬਣਾ ਕੇ ਬੰਗਾਲ ਦੀ ਖਾੜੀ ਦੇ ਵਿੱਚ ਮਿਲ ਜਾਂਦੀ ਹੈ। ਉਸ ਤੋਂ ਅੱਗੇ ਸਾਡੇ ਕੋਲ ਨਦੀਆਂ ਨੇ ਜੋ ਅਰਬ ਸਾਗਰ ਦੇ ਵਿੱਚ ਡਿੱਗਦੀਆਂ ਨੇ। ਉਹ ਨਦੀਆਂ ਜੋ ਅਰਬ ਸਾਗਰ ਦੇ ਵਿੱਚ ਡਿੱਗਦੀਆਂ ਨੇ। ਸਭ ਤੋਂ ਪਹਿਲੀ ਹੈ ਨਰਮਦਾ ਨਦੀ। ਨਰਮਦਾ ਨਦੀ ਮੱਧ ਪ੍ਰਦੇਸ਼ ਦੇ ਵਿੱਚ ਅਮਰਕੰਟਕ ਦੇ ਸਥਾਨ ਤੋਂ ਨਿਕਲਦੀ ਹੈ, ਮੱਧ ਪ੍ਰਦੇਸ਼ ਦੇ ਵਿੱਚੋਂ ਵਹਿੰਦੀ ਹੈ, ਅਤੇ ਗੁਜਰਾਤ ਦੇ ਵਿੱਚੋਂ ਵਹਿੰਦੀ ਹੋਈ ਇਹ ਖੰਭਾਤ ਦੀ ਖਾੜੀ ਵਿੱਚ ਜਾ ਕੇ ਮਿਲ ਜਾਂਦੀ ਹੈ। ਨੈਕਸਟ ਹੈ ਤਾਪਤੀ ਨਦੀ। ਤਾਪਤੀ ਨਦੀ ਸਤਪੁੜਾ ਦੀਆਂ ਪਹਾੜੀਆਂ ਦੇ ਵਿੱਚੋਂ ਵਹਿੰਦੀ ਹੈ ਮੱਧ ਪ੍ਰਦੇਸ਼ ਦੇ ਵਿੱਚ, ਅਤੇ ਮਹਾਰਾਸ਼ਟਰ ਅਤੇ ਗੁਜਰਾਤ ਦੇ ਵਿੱਚੋਂ ਹੁੰਦੀ ਹੋਈ ਇਹ ਨਦੀ ਹੈ ਜਿਹੜੀ ਖੰਭਾਤ ਦੀ ਖਾੜੀ ਦੇ ਵਿੱਚ ਮਿਲ ਜਾਂਦੀ ਹੈ। ਉਸ ਤੋਂ ਅੱਗੇ ਹੈ ਮਾਹੀ ਨਦੀ। ਇਹ
ਮੱਧ ਪ੍ਰਦੇਸ਼ ਦੇ ਵਿੱਚੋਂ ਵਹਿੰਦੀ ਹੈ, ਰਾਜਸਥਾਨ ਅਤੇ ਗੁਜਰਾਤ 'ਚ ਜਾ ਕੇ ਖੰਭਾਤ ਦੀ ਖਾੜੀ 'ਚ ਮਿਲ ਜਾਂਦੀ ਹੈ। ਸਾਬਰਮਤੀ ਨਦੀ ਹੈ ਜਿਹੜੀ, ਇਹ ਅਰਾਵਲੀ ਰੇਂਜ ਦੇ ਵਿੱਚ, ਸਾਬਰਮਤੀ ਨਦੀ ਅਰਾਵਲੀ ਰੇਂਜ ਦੇ ਵਿੱਚ ਦੇਬਾਰ ਝੀਲ ਤੋਂ ਉਤਪੰਨ ਹੁੰਦੀ ਹੈ ਅਤੇ ਗੁਜਰਾਤ ਤੋਂ ਹੁੰਦੀ ਹੋਈ ਇਹ ਖੰਭਾਤ ਦੀ ਖਾੜੀ ਦੇ ਵਿੱਚ ਮਿਲ ਜਾਂਦੀ ਹੈ। ਉਸ ਤੋਂ ਅੱਗੇ ਹੈ ਲੂਨੀ ਨਦੀ, ਅਰਾਵਲੀ ਰੇਂਜ ਦੇ ਵਿੱਚੋਂ ਨਿਕਲਦੀ ਹੈ ਇਹ, ਥਾਰ ਮਾਰੂਥਲ ਦੇ ਵਿੱਚੋਂ ਹੁੰਦੀ ਹੋਈ ਇਹ ਗੁਜਰਾਤ ਦੇ ਵਿੱਚੋਂ ਹੁੰਦੀ ਹੋਈ ਰਣ ਆਫ ਕੱਛ ਦੇ ਵਿੱਚ ਅਲੋਪ ਹੋ ਜਾਂਦੀ ਹੈ। ਇਹ ਇੱਕੋ ਇੱਕ ਅਜਿਹੀ ਨਦੀ ਹੈ ਜੋ ਕੋਈ ਵੀ ਮਹਾਸਾਗਰ ਹੈ ਉਹਨੂੰ ਨਹੀਂ, ਮਹਾਸਾਗਰ ਦੇ ਨਾਲ ਜਾ ਕੇ ਨਹੀਂ ਮਿਲਦੀ। ਸੋ ਇਹ ਸੀ ਸਾਡੀਆਂ ਹਿਮਾਲਿਆ ਪਰਬਤ ਅਤੇ ਪ੍ਰਾਇਦੀਪੀ ਪਠਾਰ ਦੀਆਂ ਨਦੀਆਂ ਬਾਰੇ ਜਾਣਕਾਰੀ। ਅਤੇ ਉਸ ਤੋਂ ਅੱਗੇ 9ਵੀਂ ਜਮਾਤ ਦੇ ਪ੍ਰਸ਼ਨ ਉੱਤਰ ਹਨ, ਪਿੱਛੇ ਜਿਹੜੇ ਅਭਿਆਸ ਦੇ ਪ੍ਰਸ਼ਨ ਦਿੱਤੇ ਹਨ ਉਹ ਵੀ, ਅਤੇ ਕੁਝ ਐਕਸਟਰਾ ਪ੍ਰਸ਼ਨ ਜਿਹੜੇ ਬੁੱਕ ਦੇ ਵਿੱਚੋਂ ਬਣਦੇ ਸੀ ਉਹ ਵੀ ਦਿੱਤੇ ਹੋਏ ਹਨ। ਇਹਦੇ ਵਿੱਚੋਂ ਤੁਸੀਂ ਜਾਣਕਾਰੀ ਦੇ ਲਈ ਯਾਦ ਵੀ ਕਰ ਸਕਦੇ ਹੋ ਅਤੇ ਨੋਟਸ ਵੀ ਬਣਾ ਸਕਦੇ ਹੋ। ਉਮੀਦ ਹੈ ਕਿ ਤੁਹਾਨੂੰ ਇਹ ਟੌਪਿਕ ਵਧੀਆ ਲੱਗਾ ਹੋਵੇਗਾ। ਧੰਨਵਾਦ।